Hello students, how are you? We are reading fourth lesson, robots and people, and we have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Today we will complete this lesson. Let's start. There is a little doubt. A person who has been working on automobiles will require a different type of education. People with old style of jobs will need to be trained and re-educated. ਇਸ ਵਿੱਚ ਥੋੜਾ ਸ਼ੱਕ ਵੀ ਹੈ, ਡਾਊਟ ਵੀ ਹੈ. ਜਿਹੜਾ ਆਦਮੀ ਆਟੋਮੋਬਾਈਲ ਦਾ ਕੰਮ ਕਰਦਾ ਹੈ ਉਸ ਨੂੰ ਇੱਕ ਵੱਖਰੇ ਤਰੀਕੇ ਦੀ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ. ਪੀਪਲ ਵਿਦ ਓਲਡ ਸਟਾਈਲ ਆਫ ਜੌਬਸ, ਪੁਰਾਣੇ ਤਰ੍ਹਾਂ ਦੀ ਨੌਕਰੀ ਵਾਲਿਆਂ ਨੂੰ ਲੋੜ ਪਵੇਗੀ, ਵਿਲ ਨੀਡ, ਕਿਸ ਦੀ ਲੋੜ ਪਵੇਗੀ? ਦੁਬਾਰਾ ਟ੍ਰੇਨਿੰਗ ਦੇਣ ਦੀ ਲੋੜ ਪਵੇਗੀ ਔਰ ਦੁਬਾਰਾ ਸਿੱਖਿਆ ਦੇਣ ਦੀ ਲੋੜ ਪਵੇਗੀ. ਇਹ ਕਰਨਾ ਹੀ ਹੋਵੇਗਾ. ਇਟ ਵਿਲ ਹੈਵ ਟੂ ਬੀ ਡਨ. ਔਰ ਸਮ ਓਲਡ ਪੀਪਲ ਵਿਲ ਨਾਟ ਬੀ ਏਬਲ ਟੂ ਟੇਕ ਰੀਟ੍ਰੇਨਿੰਗ, ਲੇਕਿਨ ਕੁਝ ਪੁਰਾਣੇ ਜਿਹੜੇ ਇੰਪਲੋਈਜ਼ ਨੇ ਉਹ ਦੁਬਾਰਾ ਟ੍ਰੇਨਿੰਗ ਨਹੀਂ ਲੈ ਸਕਣਗੇ. ਈਵਨ ਵਿਦ ਦ ਇੰਟਰੋਡਕਸ਼ਨ ਆਫ ਰੋਬੋਟਸ some sort of jobs will have to be found that they can do. और robots ਦੇ ਆ ਜਾਣ ਤੇ, even with the introduction of robots ਦੇ ਆ ਜਾਣ ਤੇ ਕੁਝ ਜੌਬਸ, ਕੁਝ ਨੌਕਰੀਆਂ ਲੱਭਣੀਆਂ ਹੋਣਗੀਆਂ ਜਿਹੜੇ ਪੁਰਾਣੇ ਆਦਮੀ ਕਰ ਸਕਣਗੇ. ਇਵੈਂਚੁਅਲੀ ਥਿੰਗਸ ਵਿਲ ਬੀ ਡਿਫਰੈਂਟ. ਆਖਿਰ ਦੇ ਵਿੱਚ ਚੀਜ਼ਾਂ ਵੱਖ ਹੋਣਗੀਆਂ. ਚਿਲਡਰਨ ਗੋਇੰਗ ਟੂ ਸਕੂਲ ਇਨ ਦੀ ਫਿਊਚਰ, ਭਵਿੱਖ ਦੇ ਵਿੱਚ ਸਕੂਲ ਜਾਣ ਵਾਲੇ ਬੱਚੇ ਵਿਲ ਬੀ ਐਜੂਕੇਟਡ ਇਨ ਵੇਜ਼ ਆਫ ਯੂਜ਼ਿੰਗ ਐਂਡ ਅੰਡਰਸਟੈਂਡਿੰਗ ਕੰਪਿਊਟਰਸ ਐਂਡ ਰੋਬੋਟਸ. ਭਵਿੱਖ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਕੰਪਿਊਟਰਸ ਔਰ ਰੋਬੋਟਸ ਨੂੰ ਯੂਜ਼ ਕਰਨ, ਨੂੰ ਪ੍ਰਯੋਗ ਕਰਨ ਔਰ ਅੰਡਰਸਟੈਂਡਿੰਗ ਔਰ ਸਮਝਣ ਦੀ ਸਿੱਖਿਆ ਦੇਣ ਦੀ ਲੋੜ ਹੋਵੇਗੀ. ਦੇ ਵਿਲ ਗਰੋ ਅਪ, ਫਿਰ ਉਹ ਵੱਡੇ ਹੋਣਗੇ ਔਰ ਬੀ ਏਬਲ ਟੂ ਟੇਕ ਦੀ ਨਿਊ ਜੌਬਸ, ਔਰ ਨਵੀਆਂ ਨੌਕਰੀਆਂ ਲੈਣ ਦੇ ਯੋਗ ਹੋਣਗੇ. ਐਂਡ ਨੋ ਵਨ ਵਿਲ ਈਵਰ ਕੰਸੀਡਰ, ਔਰ ਫਿਰ ਕੋਈ ਨਹੀਂ ਸੋਚੇਗਾ, ਕੋਈ ਵਿਚਾਰ ਨਹੀਂ ਕਰੇਗਾ ਕਿਸ ਬਾਰੇ? ਦ ਓਲਡ ਜੌਬਸ ਫॉर ਵਾਂਟ ਆਫ ਦੈਮ, ਉਹਨਾਂ ਪੁਰਾਣੀਆਂ ਨੌਕਰੀਆਂ ਦੇ ਬਾਰੇ. ਐਵਰੀਵਨ ਵਿਲ ਬੀ ਗਲੈਡ ਟੂ ਲੀਵ ਦੀ ਡੇਂਜਰਸ ਜੌਬਸ ਟੂ ਰੋਬੋਟਸ, ਹਰ ਇੱਕ ਨੂੰ ਖੁਸ਼ੀ ਹੋਵੇਗੀ ਡੇਂਜਰਸ ਕੰਮ ਛੱਡਣ ਦੀ. ਕਿਸ ਉੱਪਰ? ਰੋਬੋਟਸ ਦੇ ਉੱਪਰ. ਸਟਿਲ ਦੇਰ ਵਿਲ ਬੀ ਟ੍ਰਾਂਜੀਸ਼ਨ ਪੀਰੀਅਡ, ਫਿਰ ਇੱਕ ਟ੍ਰਾਂਜੀਸ਼ਨ ਪੀਰੀਅਡ ਹੋਵੇਗਾ, ਇੱਕ ਤਬਦੀਲੀ ਵਾਲਾ ਸਮਾਂ ਹੋਵੇਗਾ. ਸੋ ਮੈਨੀ ਪੀਪਲ ਵਿਲ ਬੀ ਔਨ ਓਲਡ ਜੌਬਸ, ਇਸ ਲਈ ਬਹੁਤ ਸਾਰੇ ਲੋਕ ਪੁਰਾਣੀਆਂ ਨੌਕਰੀਆਂ ਕਰਨਗੇ, ਪੁਰਾਣੀਆਂ ਜੌਬਸ 'ਤੇ ਹੋਣਗੇ. ਔਰ ਅਦਰਸ ਵਿਲ ਬੀ ਇਨ ਨਿਊ ਜੌਬਸ, ਔਰ ਦੂਸਰੇ ਨਵੀਆਂ ਜੌਬਸ 'ਤੇ ਹੋਣਗੇ. ਦੇਰ ਇਜ਼ ਅਨਦਰ ਪ੍ਰੋਬਲਮ, ਫਿਰ ਇੱਕ ਹੋਰ ਪ੍ਰੋਬਲਮ ਹੈ. ਦੈਟ ਇਜ਼ ਗੋਇੰਗ ਟੂ ਕੌਨਫਰੰਟ ਅਸ, ਜਿਸ ਦਾ ਸਾਨੂੰ ਸਾਹਮਣਾ ਕਰਨਾ ਹੋਵੇਗਾ. ਰੋਬੋਟਸ ਆਰ ਗੋਇੰਗ ਟੂ ਸਟੇ ਇਨ ਦੀ ਸੇਮ ਪਲੇਸ, ਔਰ ਜੋ ਰੋਬੋਟਸ ਨੇ ਉਹ ਇੱਕੋ ਜਗ੍ਹਾ 'ਤੇ ਖੜੇ ਨਹੀਂ ਰਹਿਣਗੇ. ਕੰਪਿਊਟਰਸ ਵਿਲ ਗੈਟ ਮੋਰ ਐਂਡ ਮੋਰ ਕੰਪਲੀਕੇਟਡ, ਔਰ ਜੋ ਕੰਪਿਊਟਰ ਨੇ ਹੋਰ ਜ਼ਿਆਦਾ ਗੁੰਝਲਦਾਰ ਹੁੰਦੇ ਜਾਣਗੇ. ਰੋਬੋਟਸ ਵਿਲ ਹੈਵ ਮੋਰ ਐਂਡ ਮੋਰ ਐਬਿਲਿਟੀਜ਼, ਔਰ ਰੋਬੋਟਸ ਦੇ ਵਿੱਚ ਵੀ ਹੋਰ ਜ਼ਿਆਦਾ ਯੋਗਤਾਵਾਂ ਹੋਣਗੀਆਂ. ਦੇ ਵਿਲ ਬੀ ਏਬਲ ਟੂ ਡੂ ਬੈਟਰ ਐਂਡ ਬੈਟਰ ਜੌਬਸ, ਫਿਰ ਉਹ ਯੋਗ ਹੋਣਗੇ ਵਧੀਆ ਤੋਂ ਵਧੀਆ ਕੰਮ ਕਰਨ ਦੇ. ਇਟ ਮੇ ਨਾਟ ਬੀ ਪੋਸੀਬਲ, ਔਰ ਫਿਰ ਇਹ ਸ਼ਾਇਦ ਸੰਭਵ ਨਹੀਂ ਹੋਵੇਗਾ. ਕੀ ਨਹੀਂ ਸੰਭਵ ਹੋਵੇਗਾ? ਕਿ ਹਿਊਮਨ ਬੀਇੰਗਸ ਆਰ ਡਰਿਵਨ ਆਊਟ ਆਫ ਜੌਬਸ ਆਫਟਰ ਜੌਬ, ਔਰ ਫਿਰ ਇਹ ਸ਼ਾਇਦ ਸੰਭਵ ਨਹੀਂ ਹੋਵੇਗਾ ਕਿ ਮਨੁੱਖਾਂ ਨੂੰ ਇੱਕ ਤੋਂ ਬਾਅਦ ਦੂਸਰੀ ਨੌਕਰੀ ਤੋਂ ਕੱਢ ਦਿੱਤਾ ਜਾਵੇ. ਫਿਰ ਇਹ ਸੰਭਵ ਨਹੀਂ ਹੋਵੇਗਾ. ਰੋਬੋਟਸ ਵਿਲ ਨਾਟ ਟੇਕ ਆਲ ਦੀ ਜੌਬਸ, ਔਰ ਜੋ ਰੋਬੋਟਸ ਨੇ ਉਹ ਜਿਹੜੇ ਸਾਰੇ ਕੰਮ ਨਹੀਂ ਕਰਨਗੇ, ਸਾਰੇ ਜੋ ਜੌਬਸ ਨੇ ਉਹ ਨਹੀਂ ਕਰਨਗੇ. ਰੋਬੋਟਸ ਆਰ ਨਾਟ ਐਜ਼ ਇੰਟੈਲੀਜੈਂਟ ਐਜ਼ ਹਿਊਮਨ ਬੀਇੰਗਸ, ਔਰ ਰੋਬੋਟਸ ਇੰਨੇ ਜ਼ਿਆਦਾ ਇੰਟੈਲੀਜੈਂਟ ਨਹੀਂ ਹਨ ਜਿੰਨੇ ਕਿ ਮਨੁੱਖ. ਰੋਬੋਟਸ ਵਰਕ ਆਟੋਮੈਟਿਕਲੀ, ਔਰ ਜੋ ਰੋਬੋਟਸ ਨੇ ਉਹ ਕੰਮ ਕਰਦੇ ਹਨ ਐਟੋਮੈਟਿਕਲੀ. ਕਿਸ ਦੀ ਡਾਇਰੈਕਸ਼ਨ ਦੇ ਹੇਠ? ਅੰਡਰ ਦੀ ਡਾਇਰੈਕਸ਼ਨ ਆਫ ਕੰਪਿਊਟਰ, ਕੰਪਿਊਟਰ ਦੀ ਡਾਇਰੈਕਸ਼ਨ ਦੇ ਹੇਠ, ਕੰਪਿਊਟਰ ਦੇ ਨਿਰਦੇਸ਼ ਦੇ ਹੇਠ. ਕੰਪਿਊਟਰਸ ਹੈਵ ਬੀਨ ਪ੍ਰੋਗਰਾਮਡ ਬਾਈ ਹਿਊਮਨ ਬੀਇੰਗਸ, ਔਰ ਕੰਪਿਊਟਰ ਦੇ ਵਿੱਚ ਪ੍ਰੋਗਰਾਮ ਕਿਸ ਦੇ ਦੁਆਰਾ ਬਣਾਏ ਜਾਂਦੇ ਨੇ? ਮਨੁੱਖਾਂ ਦੇ ਦੁਆਰਾ. ਕੰਪਿਊਟਰਸ ਆਰ ਵੈਰੀ ਗੁੱਡ ਐਟ ਸੋਲਵਿੰਗ ਮੈਥਮੈਟੀਕਲ ਪ੍ਰੋਬਲਮਸ, ਔਰ ਕੰਪਿਊਟਰ ਬਹੁਤ ਚੰਗੇ ਨੇ
ਕਿਸ ਨੂੰ ਸੋਲਵ ਕਰਨ ਦੇ ਵਿੱਚ, ਮੈਥੇਮੈਟੀਕਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਵਿੱਚ। ਦੇ ਕੈਨ ਸੋਲਵ ਦੈਮ ਮਚ ਫਾਸਟਰ ਦੈਨ ਹਿਊਮਨਸ ਕੈਨ ਸੋਲਵ ਦੈਮ, ਕਿਉਂਕਿ ਉਹ ਮਨੁੱਖਾਂ ਦੇ ਨਾਲੋਂ ਜ਼ਿਆਦਾ ਤੇਜ਼ ਗਤੀ ਦੇ ਨਾਲ ਉਹਨਾਂ ਪ੍ਰੋਬਲਮਸ ਨੂੰ, ਕਿਹੜੀਆਂ ਪ੍ਰੋਬਲਮਸ, ਮੈਥੇਮੈਟੀਕਲ ਪ੍ਰੋਬਲਮਸ ਨੂੰ ਹੱਲ ਕਰ ਸਕਦੇ ਹਨ ਤੇਜ਼ੀ ਨਾਲ। ਦੇ ਕੈਨ ਡੂ ਇਟ ਵਿਦਾਊਟ ਮੇਕਿੰਗ ਐਨੀ ਐਰਰ, ਔਰ ਜੋ ਕੰਪਿਊਟਰ ਨੇ ਉਹ ਬਿਨਾਂ ਕਿਸੇ ਗਲਤੀ ਦੇ ਇਹ ਕੰਮ ਕਰ ਸਕਦੇ ਹਨ। ਹਿਊਮਨ ਬੀਇੰਗਸ ਕੈਨ ਡੂ ਅਰਿਥਮੈਟਿਕ, ਔਰ ਜਿਹੜੇ ਮਨੁੱਖ ਨੇ ਉਹ ਹਿਸਾਬ ਕਿਤਾਬ ਕਰ ਸਕਦੇ ਹਨ। ਦੇ ਨੋ ਦੀ ਰੂਲਸ, ਉਹ ਜਾਣਦੇ ਹਨ ਨਿਯਮਾਂ ਨੂੰ, ਮੈਥ ਦੇ ਰੂਲਾਂ ਨੂੰ ਜਾਣਦੇ ਨੇ। ਬਟ ਇਫ ਦੇ ਡੂ ਇਟ ਫੋਰ ਅ ਲੌਂਗ ਟਾਈਮ, ਲੇਕਿਨ ਜੇਕਰ ਉਹ ਕਰਦੇ ਰਹਿੰਦੇ ਨੇ ਇਸ ਨੂੰ ਲੰਬੇ ਸਮੇਂ ਤੱਕ, ਜੇ ਉਹ ਮੈਥ ਨੂੰ ਲੰਬੇ ਸਮੇਂ ਤੱਕ ਕਰਦੇ ਰਹਿੰਦੇ ਨੇ ਤਾਂ ਇਟ ਬਿਕਮਸ ਬੋਰਿੰਗ, ਤਾਂ ਇਹ ਉਹਨਾਂ ਨੂੰ ਬੋਰ ਕਰ ਦਿੰਦਾ ਹੈ, ਉਕਤਾ ਦਿੰਦਾ ਹੈ, ਅਕਾ ਦਿੰਦਾ ਹੈ। ਹਿਊਮਨ ਬ੍ਰੇਨ ਗੈਟਸ ਟਾਇਰਡ, ਜੋ ਮਨੁੱਖੀ ਬ੍ਰੇਨ ਨੇ ਉਹ ਥੱਕ ਜਾਂਦੇ ਹਨ। ਔਰ ਹਿਊਮਨ ਬੀਇੰਗਸ ਬਿਗਿਨ ਟੂ ਮੇਕ ਮੋਰ ਐਂਡ ਮੋਰ ਮਿਸਟੇਕਸ, ਔਰ ਫਿਰ ਜਿਹੜੇ ਮਨੁੱਖ ਨੇ ਜਦੋਂ ਥੱਕ ਜਾਂਦੇ ਨੇ ਮਨੁੱਖੀ ਦਿਮਾਗ, ਤਾਂ ਫਿਰ ਮਨੁੱਖ ਜ਼ਿਆਦਾ ਤੋਂ ਜ਼ਿਆਦਾ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਦ ਹਿਊਮਨ ਬ੍ਰੇਨ ਇਜ਼ ਵੈਰੀ ਗੁੱਡ ਇਨ ਅਦਰ ਡਾਇਰੈਕਸ਼ਨਸ, ਮਨੁੱਖੀ ਦਿਮਾਗ ਦੂਸਰੀਆਂ ਦਿਸ਼ਾਵਾਂ ਦੇ ਵਿੱਚ ਬਹੁਤ ਚੰਗਾ ਹੈ। ਇਟ ਹੈਜ਼ ਇਮੇਜਿਨੇਸ਼ਨ, ਇਹ ਕਲਪਨਾ ਕਰ ਸਕਦਾ ਹੈ, ਇਹ ਕਲਪਨਾ ਕਰਦਾ ਹੈ। ਜੋ ਮਨੁੱਖੀ ਦਿਮਾਗ ਦੇ ਕੋਲ ਕਲਪਨਾ ਹੈ, ਇਮੇਜਿਨੇਸ਼ਨ ਹੈ। ਇਟ ਕੈਨ ਸਪੋਜ਼ ਐਂਡ ਵੰਡਰ, ਇਹ ਕਲਪਨਾ ਕਰ ਸਕਦਾ ਹੈ ਔਰ ਹੈਰਾਨੀ ਕਰ ਸਕਦਾ ਹੈ। ਇਟ ਕੈਨ ਮੇਕ ਇੰਟੈਲੀਜੈਂਟ ਗੈਸਸ, ਔਰ ਜੋ ਮਨੁੱਖੀ ਦਿਮਾਗ ਹੈ ਉਹ ਇੰਟੈਲੀਜੈਂਟ ਜੋ ਗੈਸ ਨੇ, ਜੋ ਅੰਦਾਜ਼ੇ ਹਨ, ਲਗਾ ਸਕਦਾ ਹੈ। ਇਟ ਇਜ਼ ਕ੍ਰੀਏਟਿਵ, ਔਰ ਜੋ ਮਨੁੱਖੀ ਦਿਮਾਗ ਹੈ ਉਹ ਰਚਨਾਤਮਕ ਹੈ। ਇਟ ਕੈਨ ਥਿੰਕ ਅਪ ਨਿਊ ਐਂਡ ਸਮਟਾਈਮਸ ਸਟਾਰਲਿੰਗ ਵੇਜ਼ ਆਫ ਡੂਇੰਗ ਔਰ ਅੰਡਰਸਟੈਂਡਿੰਗ ਥਿੰਗਸ, ਔਰ ਉਹ ਨਵੇਂ ਔਰ ਹੈਰਾਨੀ ਪੈਦਾ ਕਰਨ ਵਾਲੇ ਤਰੀਕਿਆਂ ਦੇ ਨਾਲ ਚੀਜ਼ਾਂ ਨੂੰ ਸਮਝਾ ਵੀ ਸਕਦਾ ਹੈ ਔਰ ਕਰ ਵੀ ਸਕਦਾ ਹੈ, ਜੋ ਮਨੁੱਖੀ ਦਿਮਾਗ ਹੈ। ਕੰਪਿਊਟਰਸ ਐਂਡ ਰੋਬੋਟਸ ਕੈਨ ਨਾਟ ਡੂ ਐਨੀ ਆਫ ਦੀਸ ਥਿੰਗਸ, ਔਰ ਜੋ ਕੰਪਿਊਟਰਸ ਨੇ, ਜੋ ਰੋਬੋਟਸ ਨੇ, ਉਹ ਜਿਹਾ ਕੁਝ ਨਹੀਂ ਕਰ ਸਕਦੇ ਜੋ ਮਨੁੱਖੀ ਦਿਮਾਗ ਕਰ ਸਕਦਾ ਹੈ। ਕੰਪਿਊਟਰਸ ਐਂਡ ਰੋਬੋਟਸ ਆਰ ਫਾਰ ਫਰੋਮ ਬੀਇੰਗ ਇੰਟੈਲੀਜੈਂਟ ਇਨ ਦੀ ਸੇਮ ਵੇ ਵੀ ਆਰ, ਜੋ ਕੰਪਿਊਟਰ ਔਰ ਰੋਬੋਟਸ ਨੇ ਉਹ ਇੰਟੈਲੀਜੈਂਟ ਤੋਂ ਦੂਰ ਹਨ, ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਜਿੰਨੀ ਮਨੁੱਖਾਂ ਨੂੰ ਹੈ। We cannot program computers and robots to be imaginative and creative since we ourselves don't know how we do it, ਔਰ ਜੋ ਅਸੀਂ ਮਨੁੱਖ ਹਾਂ ਉਹ ਕੰਪਿਊਟਰ ਰੋਬੋਟਸ ਦੇ ਵਿੱਚ ਅਜਿਹਾ ਕੋਈ ਪ੍ਰੋਗਰਾਮ ਨਹੀਂ ਬਣਾ ਸਕਦੇ ਜੋ ਉਹਨਾਂ ਨੂੰ ਕੀ ਬਣਾ ਦੇਵੇ, ਕੰਪਿਊਟਰ ਰੋਬੋਟਸ ਨੂੰ ਜੋ ਇਮੇਜਿਨੇਟਿਵ ਬਣਾ ਦੇਵੇ, ਕਾਲਪਨਿਕ ਬਣਾ ਦੇਵੇ ਔਰ ਜੋ ਰਚਨਾਤਮਕ ਬਣਾ ਦੇਵੇ। ਸਿੰਸ ਵੀ ਆਵਰਸੈਲਵਸ ਡੋਂਟ ਨੋ ਹਾਊ ਵੀ ਡੂ ਇਟ, ਜਦੋਂ ਕਿ ਅਸੀਂ ਖੁਦ ਨਹੀਂ ਜਾਣਦੇ ਕਿ ਅਸੀਂ ਕਿਸ ਤਰ੍ਹਾਂ ਕ੍ਰੀਏਟਿਵ ਬਣ ਜਾਂਦੇ ਹਾਂ। ਦ ਰਾਈਟਰ ਗਿਵਜ਼ ਹਿਜ਼ ਓਨ ਐਗਜ਼ਾਮਪਲ, ਰਾਈਟਰ ਖੁਦ ਆਪਣੀ ਉਦਾਹਰਨ ਦਿੰਦਾ ਹੈ। ਹੀ ਰਾਈਟਸ ਮੈਨੀ ਬੁੱਕਸ, ਉਹ ਬਹੁਤ ਸਾਰੀਆਂ ਕਿਤਾਬਾਂ ਲਿਖਦਾ ਹੈ। ਸੋ ਹੀ ਡਜ਼ ਦੈਮ ਕੁਇਕਲੀ, ਔਰ ਉਹ ਉਹਨਾਂ ਨੂੰ ਜਲਦੀ ਕਰਦਾ ਹੈ, ਜਲਦੀ ਕਿਤਾਬਾਂ ਲਿਖਦਾ ਹੈ। ਈਵਨ ਵੈਨ ਹੀ ਰਾਈਟਸ ਕੁਇਕਲੀ, ਔਰ ਜਦੋਂ ਜਲਦੀ ਲਿਖਦਾ ਹੈ ਤਾਂ ਹੀ ਡਜ਼ ਇਟ ਇਨ ਦੀ ਰਾਈਟ ਆਰਡਰ, ਤਾਂ ਫਿਰ ਉਹ ਸਹੀ ਢੰਗ ਦੇ ਵਿੱਚ ਲਿਖਦਾ ਹੈ। ਬਟ ਹੀ ਕੈਨ ਨਾਟ ਪ੍ਰੋਗਰਾਮ ਹੀਜ਼ ਕੰਪਿਊਟਰ, ਲੇਕਿਨ ਉਹ ਆਪਣੇ ਕੰਪਿਊਟਰ ਵਿੱਚ ਐਸਾ ਕੋਈ ਪ੍ਰੋਗਰਾਮ ਨਹੀਂ ਬਣਾ ਸਕਦਾ ਟੂ ਰਾਈਟ ਹਿਜ਼ ਬੁੱਕ ਫੋਰ ਹਿਮ, ਜੋ ਉਸ ਦੇ ਲਈ ਕਿਤਾਬ ਨੂੰ ਲਿਖ ਸਕੇ। ਹੀ ਕੈਨ ਨਾਟ ਪ੍ਰੋਗਰਾਮ ਅ ਕੰਪਿਊਟਰ ਸੋ ਦੈਟ ਇਟ ਵਿਲ ਰਾਈਟ ਹਿਜ਼ ਬੁੱਕ ਐਜ਼ ਹੀ ਵਾਂਟਸ ਇਟ, ਇਸ ਲਈ ਉਹ ਕੰਪਿਊਟਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਬਣਾ ਸਕਦਾ ਜੋ ਕੰਪਿਊਟਰ ਉਸ ਦੇ ਲਈ ਕਿਤਾਬ ਲਿਖੇ ਜਿਵੇਂ ਉਹ ਚਾਹੁੰਦਾ ਹੈ। ਇਟ ਵੁੱਡ ਬੀ ਮਚ ਬੈਟਰ ਇਫ ਹਿਊਮਨ ਬੀਇੰਗਸ ਕੰਟੀਨਿਊ ਟੂ ਮੇਕ ਕੰਪਿਊਟਰਸ ਐਂਡ ਰੋਬੋਟਸ ਬੈਟਰ, ਔਰ ਇਹ ਚੰਗੀ ਗੱਲ ਹੋਵੇਗੀ ਜੇਕਰ ਮਨੁੱਖ ਜਾਰੀ ਰੱਖਦਾ ਹੈ ਕੰਪਿਊਟਰਸ ਔਰ ਰੋਬੋਟਸ ਨੂੰ ਬੈਟਰ ਬਣਾਉਣ ਦੀ, ਵਧੀਆ ਬਣਾਉਣ ਦੀ। ਵਾਟ ਮਸ਼ੀਨਸ ਕੈਨ ਡੂ ਮੋਸਟ ਈਜ਼ਲੀ, ਤਾਂ ਕਿ ਉਹ ਮਸ਼ੀਨਾਂ ਆਸਾਨੀ ਨਾਲ ਕੰਮ ਕਰ ਸਕਣ। ਵੀ ਹਿਊਮਨ ਬੀਇੰਗਸ ਸ਼ੁੱਡ ਇੰਪਰੂਵ ਆਵਰ ਸੈਲਵਸ ਐਟ ਵਾਟ ਵੀ ਡੂ ਬੈਸਟ ਥਰੂ ਪ੍ਰੋਪਰ ਐਜੂਕੇਸ਼ਨ ਐਂਡ ਥਰੂ ਅ ਡੀਪਰ ਅੰਡਰਸਟੈਂਡਿੰਗ ਆਫ ਹਾਊ ਆਵਰ ਬ੍ਰੇਨ ਵਰਕਸ, ਔਰ ਅਸੀਂ ਮਨੁੱਖ ਔਰ ਸਾਨੂੰ ਮਨੁੱਖਾਂ ਨੂੰ ਵੀ ਆਪਣੇ ਆਪ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਐਟ ਵਾਟ ਵੀ ਡੂ ਬੈਸਟ, ਤਾਂ ਕਿ ਅਸੀਂ ਬੈਸਟ ਦੇ ਸਕੀਏ। ਕਿਸ ਦੇ ਥਰੂ? ਐਜੂਕੇਸ਼ਨ ਦੇ ਥਰੂ, ਔਰ ਇੱਕ
समझ दे थ्रू हाउ आवर ब्रेन वर्क और एक किस तरह भी साडा जो ब्रेन है काम करता है, किस तरह जो साडा मनुख दिमाग है वो काम करता है। वी शुड ट्राई टू मेक मोर एंड मोर पीपल और सानू कोशिश करनी चाहिए है ज़्यादा तो ज़्यादा लोगों को की बनाने की, अमेजिनेटिव बनाने की, काल्पनिक बनाने की और रचनात्मक बनाने की, क्रिएटिव बनाने की। दस वी मे एंड अप विथ टू काइंड्स ऑफ इंटैलीजेंस ऑन अर्थ, इसलिए असी इस धरती ते दो किस्म की इंटैलीजेंस के नाल निबड़ते हैं। दो किस्म की इंटैलीजेंस के नाल, वो किहड़ी दो किस्म की इंटैलीजेंस है? देयर विल बी कंप्यूटर रोबोट्स एंड ह्यूमन इंटैलीजेंस। और एक तो कंप्यूटर रोबोट इंटैलीजेंस है और दूसरी किहड़ी इंटैलीजेंस है? ह्यूमन इंटैलीजेंस। ईच वन विल वर्क इन अ डिफरेंट वे, हर एक अलग तरीके नाल काम करेगी। एंड ईच विल कोऑपरेट विद दी अदर, और हर एक जो इंटैलीजेंस है वो दूसरे के नाल सहयोग करेगी। टूगैदर दी टू इंटैलीजेंस विल बी एबल, और इस तरह दोवें जो इंटैलीजेंस कट्ठियां होणगियां तो विल बी एबल टू डू मच, तो ज़्यादा वधिया काम करनगियां। मोर दैन ईदर कुड डू अलोन, इकल्ली इंटैलीजेंस नालों जो मिल के काम करनगे तो वधिया काम करनगियां। और द सेम डे वुमेन विल वंडर हाउ दे ईवर गॉट अलोंग विदाउट रोबोट्स, और वो इस गल ते हैरान होणगे, और किसी दिन मनुख जो ने इस गल ते हैरान होणगे, वंडर हैरान होणगे कि वो किस तरह रोबोट्स तो बिना अगे वधणगे। थैंक्स।